Good morning, students. I hope you all are doing well. And today I am going to discuss about your first chapter. And in this chapter, I am going to continue our topic number 7th. ਇਸ ਕਨਸੈਪਟ ਦੇ ਵਿੱਚ ਲਿਮੀਟੇਸ਼ਨਸ ਆ ਜਿਹੜੀਆਂ ਉਹ ਡਿਸਕਸ ਕੀਤੀਆਂ ਜਾਣਗੀਆਂ ਕਿ ਅਗਰ ਅਕਾਊਂਟਿੰਗ ਫਾਈਨੈਂਸ਼ੀਅਲ ਅਕਾਊਂਟਿੰਗਸ ਦੇ ਕੁਝ ਇੰਪੋਰਟੈਂਸ ਨੇ ਤਾਂ ਉਹਦੀਆਂ ਕੁਝ ਲਿਮੀਟੇਸ਼ਨਸ ਵੀ ਨੇ। ਲਿਮੀਟੇਸ਼ਨਸ ਨੂੰ ਅਸੀਂ ਆਲੋਚਨਾ ਮੰਨਦੇ ਹਾਂ, ਠੀਕ ਹੈ, ਜਿਹਦੇ ਵਿੱਚ ਇੱਕ ਚੀਜ਼ ਦੇ ਨੁਕਸਾਨ ਦੱਸੇ ਹੁੰਦੇ ਆ, ਠੀਕ ਹੈ, ਜਿਹਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਣ ਦੇ ਸਾਨੂੰ ਕੀ ਨੁਕਸਾਨ ਹੋ ਸਕਦੇ ਆ। ਸੋ ਫਸਟ ਹੈ ਇਨਕੰਪਲੀਟ ਨੌਲੇਜ ਆਫ ਕੋਸਟ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਅਸੀਂ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਪ੍ਰਪੇਅਰ ਕਰਦੇ ਹਾਂ, ਠੀਕ ਹੈ, ਇਹਦੇ ਵਿੱਚ ਸਾਨੂੰ ਡਿਟੇਲ ਇਨਫੋਰਮੇਸ਼ਨ ਹੈ ਜਿਹੜੀ ਉਹ ਪ੍ਰੋਵਾਈਡ ਨਹੀਂ ਹੁੰਦੀ। ਕਿਸ ਚੀਜ਼ ਦੀ ਨਹੀਂ ਪ੍ਰੋਵਾਈਡ ਹੁੰਦੀ? ਕੋਸਟ ਦੀ, ਖਰਚੇ ਦੀ, ਠੀਕ ਹੈ। ਇਹ ਮੰਨਿਆ ਜਾਂਦਾ ਕਿ ਫਾਈਨੈਂਸ਼ੀਅਲ ਸਟੇਟਮੈਂਟ ਸਾਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰਦਾ ਕਿ ਇੱਕ ਪਰਟੀਕੂਲਰ ਜੋਬ ਦੇ ਰਿਲੇਟਡ ਕੀ ਖਰਚਾ ਆਇਆ, ਠੀਕ ਹੈ, ਕਿਹੜੀਆਂ ਪ੍ਰੋਬਲਮਸ ਆਈਆਂ ਜਾਂ ਜਿੰਨਾ ਵੀ ਖਰਚਾ ਆਇਆ ਕਿਸੇ ਵੀ ਮਟੀਰੀਅਲ ਦੇ ਰਿਲੇਟਡ ਉਹ ਡਿਸਕਲੋਜ਼ ਨਹੀਂ ਕੀਤਾ ਜਾਂਦਾ, ਨਹੀਂ ਦੱਸਿਆ ਜਾਂਦਾ। ਤਾਂ ਇਸ ਲਈ ਕਿਹਾ ਜਾਂਦਾ ਕਿ ਇਹਦੇ ਵਿੱਚ ਬਹੁਤ ਮੁਸ਼ਕਿਲ ਹੈ ਪਤਾ ਕਰਨਾ ਕਿ ਕਿੰਨੀ ਸਮਾਨ ਦੀ ਵੇਸਟੇਜ ਹੋਈ ਆ, ਠੀਕ ਹੈ, ਕਿੰਨਾ ਸਮਾਨ ਆ ਜਿਹੜਾ ਉਹ ਲਾਸ ਹੋ ਗਿਆ, ਰॉ ਮਟੀਰੀਅਲ ਹੈ ਜਿਹੜਾ ਉਹ ਖਰਚ ਹੋ ਗਿਆ, ਠੀਕ ਹੈ, ਜਾਂ ਅਦਰ ਰਿਸੋਰਸਿਸ ਆ ਜਿਹੜੇ ਉਹਨਾਂ ਤੋਂ ਕਿੰਨਾ ਸਮਾਨ ਆ ਜਿਹੜਾ ਉਹ ਚਲਿਆ ਗਿਆ। ਇਹਨਾਂ ਸਾਰੀਆਂ ਚੀਜ਼ਾਂ ਦੇ ਹੋਣ ਕਰਕੇ ਸਾਨੂੰ ਇੱਕ ਸਹੀ ਕੋਸਟ ਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਨਹੀਂ ਪ੍ਰੋਵਾਈਡ ਹੁੰਦੀ, ਠੀਕ ਹੈ। ਇਹਦੇ ਕਰਕੇ ਸਾਨੂੰ ਕਿਸੇ ਵੀ ਬਿਜ਼ਨਸਮੈਨ ਨੂੰ ਇਹ ਡਿਸੀਜ਼ਨ ਲੈਣਾ ਬਹੁਤ ਔਖਾ ਹੋ ਜਾਂਦਾ ਕਿ ਇੱਕ ਸਮਾਨ ਨੂੰ ਬਣਾਉਣ ਦੀ ਕਿੰਨੀ ਕੀਮਤ ਆ ਜਾਂ ਕਿੰਨਾ ਖਰਚਾ ਆਇਆ ਇੱਕ ਸਮਾਨ ਨੂੰ ਪ੍ਰਪੇਅਰ ਕਰਨ 'ਤੇ। ਕੋਸਟ ਪਰ ਯੂਨਿਟ ਦਾ ਮਤਲਬ ਹੁੰਦਾ ਕਿ ਇੱਕ ਚੀਜ਼ ਨੂੰ ਬਣਾਉਣ 'ਤੇ ਕਿੰਨਾ ਖਰਚਾ ਆਇਆ। ਇਹ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਹੁੰਦੀ, ਜਿਹਦੇ ਕਰਕੇ ਪ੍ਰਾਈਸ ਫਿਕਸ ਕਰਨਾ ਕਿਸੇ ਚੀਜ਼ ਦਾ ਬਹੁਤ ਔਖਾ ਹੋ ਜਾਂਦਾ, ਡਿਫੀਕਲਟ ਹੋ ਜਾਂਦਾ ਡਿਸੀਜ਼ਨ ਲੈਣਾ ਕਿ ਅਸੀਂ ਕਿੰਨਾ ਪ੍ਰਾਈਸ ਰੱਖੀਏ, ਕਿੰਨਾ ਉਹਦਾ ਰੇਟ ਮਾਰਕੀਟ ਦੇ ਵਿੱਚ ਸਹੀ ਜਾਏਗਾ। ਅੱਗੇ ਹੈ ਫਾਈਨੈਂਸ਼ੀਅਲ ਅਕਾਊਂਟਿੰਗ ਇਜ਼ ਹਿਸਟੋਰੀਕਲ ਇਨ ਨੇਚਰ। ਫਾਈਨੈਂਸ਼ੀਅਲ ਅਕਾਊਂਟਿੰਗ ਆ ਜਿਹੜੀ ਉਹ ਹਿਸਟਰੀ ਦੇ ਜਿਹੜੇ ਰਿਕਾਰਡਸ ਆ ਉਹ ਸ਼ੋਅ ਕਰਦੀ ਹੈ, ਹਿਸਟੋਰੀਕਲ ਨੇਚਰ ਦੇ ਸ਼ੋਅ ਕਰਦੀ ਹੈ, ਠੀਕ ਹੈ। ਹਿਸਟੋਰੀਕਲ ਨੇਚਰ ਦਾ ਮਤਲਬ ਹੁੰਦਾ ਕਿ ਪਿਛਲੇ ਰਿਕਾਰਡ ਆ ਜਿਹੜੇ ਉਹ ਦਰਸਾਏ ਜਾਂਦੇ ਆ। ਅਕਾਊਂਟਿੰਗ ਸਟੇਟਮੈਂਟ ਆ ਜਿਹੜੀ ਉਹ ਨੈੱਟ ਇਫੈਕਟ ਨੂੰ ਦਿਖਾਏਗੀ, ਠੀਕ ਹੈ, ਪ੍ਰੈਜੈਂਟ ਇਫੈਕਟ ਨਹੀਂ ਦਿਖਾਏ ਜਾਣਗੇ। ਪਾਸਟ ਜਿਹੜੇ ਹੋਣਗੇ ਫਾਈਨੈਂਸ਼ੀਅਲ ਰਿਜ਼ਲਟਸ ਆ ਉਹਨਾਂ ਨੂੰ ਹੀ ਬਿਜ਼ਨਸ ਦੇ ਵਿੱਚ ਡਿਸਕਸ ਕੀਤਾ ਜਾਊਗਾ। ਤਾਂ ਇਹ ਕਿਹਾ ਜਾਂਦਾ ਹੈ ਕਿ ਫਾਈਨੈਂਸ਼ੀਅਲ ਸਟੇਟਮੈਂਟ ਆ ਜਿਹੜੀ ਉਹ ਕੋਈ ਵੀ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰਦੀ ਫਿਊਚਰ ਦੀ। ਰਿਕਾਰਡਿੰਗ ਜਾਂ ਰਿਪੋਰਟਿੰਗ ਹੈ ਜਿਹੜੀ ਉਹ ਪਾਸਟ ਫੈਕਟਰਸ ਦੀ ਹੋਏਗੀ, ਨਾ ਕਿ ਪ੍ਰੈਜੈਂਟ ਦੀ। ਮੈਨੇਜਮੈਂਟ ਨੂੰ ਡਿਸੀਜ਼ਨ ਲੈਣ ਦੇ ਲਈ, ਪਲੈਨਿੰਗ ਕਰਨ ਦੇ ਲਈ ਕਾਫੀ ਟਾਈਮ ਜਾਏਗਾ, ਠੀਕ ਹੈ, ਔਰ ਉਹਨਾਂ ਦੇ ਕੋਲ ਸਹੀ ਰਿਜ਼ਲਟ ਵੀ ਨਹੀਂ ਆਏਗਾ ਕਿਉਂਕਿ ਇਹਦੇ ਵਿੱਚ ਜਿਹੜਾ ਬਿਜ਼ਨਸ ਦਾ ਪ੍ਰੋਫਿਟ ਐਂਡ ਲਾਸ ਸ਼ੋਅ ਕੀਤਾ ਹੋਊਗਾ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਉਹ ਪਿਛਲੇ ਸਾਲ ਦਾ ਹੋਏਗਾ, ਇਸ ਸਾਲ ਦਾ ਤਾਂ ਹੋਏਗਾ ਹੀ ਨਹੀਂ। ਇਹਦੇ ਕਰਕੇ ਅਸੀਂ ਚੱਲ ਰਹੇ ਸਮੇਂ ਨੂੰ ਕੰਪਲੀਟ ਨਹੀਂ ਕਰ ਸਕਦੇ ਜਾਂ ਚੱਲ ਰਹੇ ਸਮੇਂ ਨੂੰ ਕੰਟਰੋਲ ਨਹੀਂ ਕਰ ਸਕਦੇ। ਅਸੀਂ ਜਸਟ ਪੁਰਾਣੇ ਰਿਕਾਰਡਸ ਹੀ ਦੇਖ ਸਕਦੇ ਹਾਂ ਔਰ ਇਹਦੇ ਨਾਲ ਸਿਰਫ ਅਸੀਂ ਫਿਊਚਰ ਦੇ ਰਿਲੇਟਡ ਕੋਈ ਸੁਜੈਸ਼ਨ ਜਿਹੜੇ ਉਹ ਬਣਾ ਸਕਦੇ ਆ, ਬਟ ਪ੍ਰੈਜ਼ੈਂਟ ਨੂੰ ਨਹੀਂ ਕਰ ਸਕਦੇ, ਠੀਕ ਹੈ। ਪਰ ਕਈ ਵਾਰੀ ਹੁੰਦਾ ਕਿ ਪਾਸਟ ਆ ਜਿਹੜਾ ਉਹ ਆਪਾਂ ਨੂੰ ਕੁਛ ਵੀ ਤਰੀਕਾ ਨਹੀਂ ਸੁਝਾਉਂਦਾ, ਕੋਈ ਸੁਜੈਸ਼ਨ ਨਹੀਂ ਪ੍ਰੋਵਾਈਡ ਕਰਦਾ ਤਾਂ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨਾ ਕੋਈ ਜਿਹੜੀ ਇੰਪਰੂਵਮੈਂਟ ਆ ਉਹ ਕਰ ਸਕੀਏ, ਵਾਧਾ ਕਰ ਸਕੀਏ। ਤਾਂ ਇਹ ਕਹਿ ਸਕਦੇ ਹਾਂ ਕਿ ਇਹ ਹਿਸਟੋਰੀਕਲ ਨੇਚਰ ਹੋਣ ਦੇ ਕਰਕੇ ਸਾਡੇ ਫਿਊਚਰ ਦੇ ਵਿੱਚ ਨੁਕਸਾਨ ਕ੍ਰੀਏਟ ਹੋ ਜਾਣਗੇ, ਠੀਕ ਹੈ। ਇਸ ਤੋਂ ਬਾਅਦ ਹੈ ਥਰਡ ਪੁਆਇੰਟ ਹੈ ਫਾਈਨੈਂਸ਼ੀਅਲ ਸਟੇਟਮੈਂਟ ਆਰ ਅਫੈਕਟਡ ਬਾਏ ਪਰਸਨਲ ਜੱਜਮੈਂਟ। ਫਾਈਨੈਂਸ਼ੀਅਲ ਸਟੇਟਮੈਂਟ ਆ ਜਿਹੜੀ ਉਹ ਪਰਸਨਲ ਜੱਜਮੈਂਟ ਦੇ ਨਾਲ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਜਿਹੜੀ ਉਹ ਕ੍ਰੀਏਟ ਕਰਦੀ ਹੈ। ਕਈ ਵਾਰੀ ਬਿਜ਼ਨਸਮੈਨ ਕੋਈ ਇੱਦਾਂ ਦੀਆਂ ਕੰਡੀਸ਼ਨਸ ਆ ਜਾਂਦੀਆਂ ਕਿ ਉਹ ਆਪਣੀ ਜੱਜਮੈਂਟ ਆ ਜਿਹੜੀ ਉਹ ਪਾਸ ਕਰ ਦਿੰਦੇ ਆ ਔਰ ਉਹਨਾਂ ਦੀ ਜੱਜਮੈਂਟ ਆ ਜਿਹੜੀ ਉਹ ਕਿਤੇ ਨਾ ਕਿਤੇ ਬਾਇਸਡ ਹੋ ਜਾਂਦੀ ਹੈ। ਬਾਇਸਡ ਕਹਿ ਸਕਦੇ ਹਾਂ ਕਿ ਭੇਦਭਾਵ ਆ ਜਿਹੜਾ ਉਹਦੇ ਵਿੱਚ ਆ ਜਾਂਦਾ, ਜਿਹਦੇ ਕਰਕੇ ਜਿਹੜੀ ਸਹੀ ਰਿਪੋਰਟ ਆ, ਸਹੀ ਰਿਜ਼ਲਟ ਆ ਜਿਹੜੇ ਉਹ ਸਾਹਮਣੇ ਨਹੀਂ ਆਉਂਦੇ। ਇਹ ਸਾਰੀਆਂ ਚੀਜ਼ਾਂ, ਇਹ ਸਾਰੇ ਜਿਹੜੇ ਬਾਇਸਨੈਸ ਆ ਜ਼ਿਆਦਾਤਰ ਉਦੋਂ ਆਉਂਦੀ ਹੈ ਜਦੋਂ ਕਿਸੇ ਵੀ ਸਟਾਕ ਦੀ ਵੈਲਿਊਏਸ਼ਨ ਕੀਤੀ ਜਾਂਦੀ ਹੈ। ਇਸ ਕੇਸ ਦੇ ਵਿੱਚ ਪਰਸਨ ਆ ਜਿਹੜਾ ਉਹ ਸਟਾਕ ਦੀ ਸਹੀ ਵੈਲਿਊ ਨਹੀਂ ਲਗਾ ਪਾਉਂਦਾ ਜਾਂ ਜਦੋਂ ਕਿਸੇ ਵੀ ਜਿਹੜਾ ਐਸੇਟ ਆ ਉਹਦੀ ਡੈਪਰੀਸ਼ੀਏਸ਼ਨ ਦੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਉਦੋਂ ਗਲਤੀਆਂ ਹੋ ਜਾਂਦੀਆਂ ਜਾਂ ਬਾਇਸਨੈਸ ਆ ਜਿਹੜੀ ਉਦੋਂ ਦੇਖਣ ਨੂੰ ਮਿਲਦੀ ਹੈ ਜਾਂ ਜਦੋਂ ਡਾਊਟਫੁਲ ਡੈਟਸ ਹੁੰਦੇ ਆ ਜਾਂ ਫਿਊਚਰ ਲਾਸਿਸ ਹੁੰਦੇ ਆ। ਇਸ ਕੇਸ ਦੇ ਵਿੱਚ ਜਿਹੜੇ ਉਹਨਾਂ ਦੇ ਖੁਦ ਦੇ ਮੈਥਡਸ ਹੋਣਗੇ ਉਹ ਕਿਤੇ ਨਾ ਕਿਤੇ ਉਹ ਪਰਸਨਲ ਜੱਜਮੈਂਟ ਜਿਹੜੀ ਹੋਊਗੀ ਉਹਨਾਂ ਦੀ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਅਫੈਕਟ ਕਰੇਗੀ, ਲਾਸ ਆ ਜਿਹੜਾ ਉਹ ਦੇਖਣ ਨੂੰ ਮਿਲੇਗਾ। ਅੱਗੇ ਹੈ ਫੋਰਥ ਪੁਆਇੰਟ ਫਾਈਨੈਂਸ਼ੀਅਲ ਅਕਾਊਂਟਿੰਗ
does not disclose the present value of the business. ਫਾਈਨੈਂਸ਼ੀਅਲ ਸਟੇਟਮੈਂਟ ਕਿਤੇ ਵੀ ਬਿਜ਼ਨਸ ਦੀ ਫਾਈਨੈਂਸ਼ੀਅਲ ਸਟੇਟਮੈਂਟ ਆ ਜਿਹੜੀ ਉਹ ਪ੍ਰੈਜ਼ੈਂਟ ਵੈਲਿਊ ਦੇ ਜ਼ਰੀਏ ਡਿਸਕਲੋਜ਼ ਨਹੀਂ ਕਰਦੀ। ਕਿਉਂ? ਕਿਉਂਕਿ ਇਹਦੇ ਵਿੱਚ ਉਹੀ ਵੈਲਿਊ ਦਿਖਾਈ ਹੁੰਦੀ ਆ ਜਿਹਦੇ ਵਿੱਚ ਬਿਜ਼ਨਸ ਦੇ ਵਿੱਚ ਉਹੀ ਕੋਸਟ ਦਿਖਾਈ ਹੁੰਦੀ ਹੈ ਜਿਹੜੀ ਕੋਸਟ 'ਤੇ ਸਮਾਨ ਨੂੰ ਖਰੀਦਿਆ ਹੁੰਦਾ। ਐਕੁਇਜ਼ੀਸ਼ਨ ਦਾ ਮਤਲਬ ਹੁੰਦਾ ਕਿ ਜਿਸ ਰੇਟ 'ਤੇ ਜਿਸ ਕੀਮਤ 'ਤੇ ਚੀਜ਼ ਨੂੰ ਖਰੀਦਿਆ ਹੁੰਦਾ। ਕੋਈ ਵੀ ਚੇਂਜ ਹੋਇਆ ਪ੍ਰਾਈਸ ਦੇ ਵਿੱਚ, ਕੋਈ ਵੀ ਜਿਹੜਾ ਰੇਟ ਚੇਂਜ ਹੋਣ ਦੀ ਜਿਹੜੀ ਐਂਟਰੀ ਹੈ ਉਹ ਬੈਲੈਂਸ ਸ਼ੀਟ ਦੇ ਵਿੱਚ ਸ਼ੋ ਹੀ ਨਹੀਂ ਕੀਤੀ ਜਾਂਦੀ। ਜਿਹੜੀ ਵੈਲਿਊ ਐਸਿਡ ਦੀ ਜੋ ਵੀ ਚੇਂਜ ਹੋਈ ਆ ਉਹ ਨਹੀਂ ਦਿਖਾਈ ਜਾਂਦੀ। ਇਹਦੇ ਕਰਕੇ ਕੀ ਹੋ ਜਾਂਦਾ ਕਿ ਸਹੀ ਵੈਲਿਊ ਜਿਹੜੀ ਉਹ ਅਕਾਊਂਟ ਦੇ ਵਿੱਚ ਲਿਖਣੀ ਔਖੀ ਹੋ ਜਾਂਦੀ ਆ। ਤਾਂ ਵੈਲਿਊ ਜਿਹੜੀ ਐਸਿਡ ਦੀ ਸ਼ੋ ਕੀਤੀ ਜਾਂਦੀ ਹੈ ਬੈਲੈਂਸ ਸ਼ੀਟ ਦੇ ਵਿੱਚ, ਉਹ ਕੋਈ ਟਰੂ ਵੈਲਿਊ ਰਿਪਰਜੈਂਟ ਨਹੀਂ ਕਰ ਰਹੀ ਹੁੰਦੀ, ਉਹ ਸਿਰਫ ਪਾਸਟ ਵੈਲਿਊ ਰਿਪਰਜੈਂਟ ਕਰ ਰਹੀ ਹੁੰਦੀ ਹੈ, ਜਿਹਦੇ ਕਰਕੇ ਟਰੂ ਪੋਜੀਸ਼ਨ ਹੈ ਜਿਹੜੀ ਬਿਜ਼ਨਸ ਦੀ ਉਹ ਨਹੀਂ ਸ਼ੋ ਹੁੰਦੀ ਸਾਨੂੰ ਬੈਲੈਂਸ ਸ਼ੀਟ ਤੋਂ। ਸਾਨੂੰ ਸਿਰਫ ਉਹਦੀ ਇੱਕ ਐਕੁਇਜ਼ੀਸ਼ਨ ਕੋਸਟ ਪਤਾ ਲੱਗਦੀ ਹੈ ਕਿ ਜਦੋਂ ਸਮਾਨ ਨੂੰ ਖਰੀਦਿਆ ਸੀ ਉਦੋਂ ਕਿੰਨੇ ਦਾ ਖਰੀਦਿਆ ਸੀ, ਨਾ ਕਿ ਉਹਦੀ ਕਰੰਟ ਵੈਲਿਊ, ਯਾਨੀ ਕਿ ਅੱਜ ਦੀ ਵੈਲਿਊ ਨਹੀਂ ਸਾਨੂੰ ਸ਼ੋ ਹੁੰਦੀ, ਉਹਦੀ ਪਾਸਟ ਵੈਲਿਊ ਸ਼ੋ ਹੁੰਦੀ ਹੈ। ਨੈਕਸਟ ਹੈ ਸਾਡੇ ਕੋਲ ਐਬਸੈਂਸ ਆਫ ਐਵੈਲੂਏਸ਼ਨ ਆਫ ਬਿਜ਼ਨਸ ਪੋਲਿਸੀਜ਼। ਬਿਜ਼ਨਸ ਪੋਲਿਸੀਜ਼ ਹੈ ਜਿਹੜੀਆਂ ਕਿਤੇ ਨਾ ਕਿਤੇ ਐਬਸੈਂਟ ਦਿਖਣਗੀਆਂ, ਠੀਕ ਹੈ, ਸਾਨੂੰ ਪ੍ਰੈਜ਼ੈਂਟ ਨਹੀਂ ਹੋਣਗੀਆਂ, ਕਿਉਂਕਿ ਬਿਜ਼ਨਸ ਪੋਲਿਸੀਜ਼ ਆ ਜਿਹੜੀਆਂ ਉਹਦੇ ਵਿੱਚ ਜਿਹੜੇ ਪਲਾਨ ਹੋਣਗੇ ਉਹ ਫਿਊਚਰ ਦੇ ਲਈ ਬਣਾਏ ਹੋਣਗੇ, ਪ੍ਰੈਜ਼ੈਂਟ ਦੇ ਲਈ ਨਹੀਂ, ਠੀਕ ਹੈ। ਤਾਂ ਕਰਕੇ ਕਹਿੰਦੇ ਆ, ਤਾਂ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਪੋਲਿਸੀਜ਼ ਉਹ ਬਣਾ ਰਹੇ ਆ, ਠੀਕ ਹੈ, ਫਿਊਚਰ ਦੇ ਲਈ ਬਣਾ ਰਹੇ ਆ। ਪਰ ਕਹਿੰਦੇ ਜਿਹੜੀ ਫਾਈਨੈਂਸ਼ੀਅਲ ਅਕਾਊਂਟਿੰਗ ਆ, ਠੀਕ ਹੈ, ਜੋ ਰਿਕਾਰਡਸ ਬਣਾ ਰਹੇ ਆ, ਠੀਕ ਹੈ, ਉਹਦਾ ਪ੍ਰਾਇਮਰੀ ਹਿਸਟੋਰੀਕਲ ਨੇਚਰ ਦੀ ਹੈ, ਪਹਿਲਾਂ ਹੀ ਹਿਸਟੋਰੀਕਲ ਨੇਚਰ ਦੀ ਹੈ। ਪਰ ਕਹਿੰਦੇ ਸਾਨੂੰ ਹੈਲਪ ਬਿਲਕੁਲ ਨਹੀਂ ਕਰੇਗੀ ਇਨਫੋਰਮੇਸ਼ਨ ਨੂੰ ਪਤਾ ਕਰਨ ਦੇ ਲਈ, ਜਨਰੇਟ ਕਰਨ ਦੇ ਲਈ। ਤਾਂ ਕਹਿੰਦੇ ਯੂਜ਼ ਕੀਤੀ ਜਾ ਸਕਦੀ ਹੈ ਇਨਫੋਰਮੇਸ਼ਨ ਨੂੰ ਪਲਾਨ ਔਰ ਪੋਲਿਸੀਜ਼ ਨੂੰ ਥੋੜ੍ਹਾ ਜਿਹਾ ਵਧੀਆ ਕਰਨ ਦੇ ਲਈ, ਠੀਕ ਹੈ। ਬਿਜ਼ਨਸ ਦੀਆਂ ਜਿਹੜੀਆਂ ਵੈਲਿਊਏਸ਼ਨਸ ਹੋਣਗੀਆਂ ਉਹ ਕਿਤੇ ਨਾ ਕਿਤੇ ਅਸਰ ਕਰ ਜਾਣਗੀਆਂ, ਕਿਉਂਕਿ ਡਾਟਾ ਸਾਡੇ ਕੋਲ ਹਿਸਟੋਰੀਕਲ ਨੇਚਰ ਦਾ ਹੋਊਗਾ। ਅਸੀਂ ਸੋਚ ਰਹੇ ਹਾਂ ਫਿਊਚਰ ਪਲੈਨਿੰਗ ਦੀ, ਬਟ ਡਾਟਾ ਜਿਹੜਾ ਹਿਸਟੋਰੀਕਲ ਨੇਚਰ ਦਾ ਹੋਊਗਾ ਕਿਤੇ ਨਾ ਕਿਤੇ ਫਿਊਚਰ ਫੋਰਕਾਸਟ ਹੈ ਜਿਹੜੀ ਉਹ ਸਹੀ ਨਹੀਂ ਬੈਠੂਗੀ, ਫਿਊਚਰ ਫੋਰਕਾਸਟ ਹੈ ਜਿਹੜੀ ਉਹ ਕਿਤੇ ਨਾ ਕਿਤੇ ਇਫੈਕਟ ਹੋਏਗੀ। ਅੱਗੇ ਹੈ ਫਾਈਨੈਂਸ਼ੀਅਲ ਅਕਾਊਂਟਿੰਗ ਡੀਲ ਵਿਦ ਓਵਰਆਲ ਪ੍ਰੋਫਿਟੇਬਿਲਿਟੀ। ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਓਵਰਆਲ ਪ੍ਰੋਫਿਟੇਬਿਲਿਟੀ ਨੂੰ ਦੇਖਿਆ ਜਾਂਦਾ, ਠੀਕ ਹੈ। ਮਾਈਨਰ ਪ੍ਰੋਫਿਟਸ ਆ ਜਿਹੜੇ ਉਹ ਕਿਤੇ ਨਾ ਕਿਤੇ ਇਗਨੋਰ ਕੀਤੇ ਜਾਂਦੇ ਆ। ਦੇਖੋ ਫਸਟ ਆਫ ਆਲ ਦੇਖੋ ਦ ਇਨਫੋਰਮੇਸ਼ਨ ਸੋ ਰਿਸੀਵਡ ਡਜ਼ ਨਾਟ ਹੈਲਪ ਇਨ ਡਿਸੀਜ਼ਨ ਮੇਕਿੰਗ। ਹਾਂ, ਜੋ ਇਨਫੋਰਮੇਸ਼ਨ ਰਿਸੀਵ ਹੋਈ ਹੈ ਡਿਸੀਜ਼ਨ ਮੇਕਿੰਗ ਦੇ ਵਿੱਚ ਹੈਲਪ ਨਹੀਂ ਕਰ ਰਹੀ, ਠੀਕ ਹੈ। ਮੈਨੇਜਮੈਂਟ ਨੂੰ ਇੱਦਾਂ ਦੇ ਡਿਸੀਜ਼ਨ ਆ ਜਿਹੜੇ ਉਹ ਲੈਣੇ ਪੈਣਗੇ ਜਿਹਦੇ ਵਿੱਚ ਐਡਿੰਗ ਔਰ ਡਰੋਪਿੰਗ ਦੇ ਪ੍ਰੋਡਕਟਸ ਦੀ ਐਡਿੰਗ ਔਰ ਡਰੋਪਿੰਗ ਪੋਲਿਸੀ ਹੋਊਗੀ, ਜੋ ਕਿ ਪ੍ਰੋਡਕਟ ਨਾਲ ਰਿਲੇਟ ਹੋਊਗੀ ਵੀ ਪ੍ਰੋਡਕਟ ਦੀ ਕਿੰਨੀ ਐਡ ਕੀਤੇ ਜਾ ਰਹੇ ਆ, ਕਿੰਨੇ ਉਹ ਡਰੋਪ ਕੀਤੇ ਜਾ ਰਹੇ ਆ, ਪਰਫੋਰਮੈਂਸ ਕਿੰਨੀ ਕੁ ਡਾਊਨ ਜਾ ਰਹੀ ਹੈ, ਕਿਵੇਂ ਬਿਜ਼ਨਸ ਦੀ ਵੈਲਿਊਏਸ਼ਨ ਕਰੀਏ, ਵਾਧਾ ਕਰੀਏ, ਠੀਕ ਹੈ, ਕਿਵੇਂ ਅਸੀਂ ਸਿਲੈਕਸ਼ਨ ਕਰੀਏ, ਸਾਰੀਆਂ ਚੀਜ਼ਾਂ ਜਿਹੜੀਆਂ ਦੇਖੀਆਂ ਜਾਣਗੀਆਂ। ਔਰ ਇਹਨਾਂ ਸਾਰਿਆਂ ਦਾ ਲਾਸਟ ਰਿਜ਼ਲਟ ਕੀ ਹੋਊਗਾ? ਪ੍ਰੋਫਿਟ। ਇਹਦੇ ਵਿੱਚ ਜੋ ਚੀਜ਼ਾਂ ਹੈ ਸਿਰਫ ਓਵਰਆਲ ਪ੍ਰੋਫਿਟੇਬਿਲਿਟੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ, ਨਾ ਕਿ ਪ੍ਰੋਸੈਸਿੰਗ ਨੂੰ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਅਕਾਊਂਟਸ ਦੇ ਵਿੱਚ ਇਫੈਕਟ ਕਰਦੀਆਂ। ਦੈਨ ਹੈ ਨੋ ਪ੍ਰੋਵੀਜ਼ਨ ਫॉर ਕਾਸਟ ਕੰਟਰੋਲ। ਬਿਜ਼ਨਸ ਦੇ ਵਿੱਚ ਕਾਸਟ ਨੂੰ ਕੰਟਰੋਲ ਕਰਨ ਦੇ ਲਈ ਕੋਈ ਵੀ ਰੂਲਸ ਜਾਂ ਰੈਗੂਲੇਸ਼ਨਸ ਨਹੀਂ ਬਣੇ ਆ, ਹਜੇ ਸਪੈਸ਼ਲ ਰੂਲਸ ਐਂਡ ਰੈਗੂਲੇਸ਼ਨ ਨਹੀਂ ਬਣੇ ਆ। ਜੇ ਇਹਦੇ ਵਿੱਚ ਜ਼ਿਆਦਾਤਰ ਜਿਹੜੀ ਰਿਪੋਰਟਿੰਗ ਆ ਉਹ ਸਿਰਫ ਪਾਸਟ ਪਰਫੋਰਮੈਂਸ ਨੂੰ ਦੇਖ ਕੇ ਬਣਾਈ ਜਾਂਦੀ ਹੈ ਕਿ ਬਿਜ਼ਨਸ ਦੀ ਪਾਸਟ ਪਰਫੋਰਮੈਂਸ ਕੀ ਆ। ਉਹ ਬਿਲਕੁਲ ਨਹੀਂ ਹੈਲਪ ਕਰਦੇ ਵੀ ਕਿਵੇਂ ਬਿਜ਼ਨਸ ਦੀ ਜਿਹੜੀ ਕਾਸਟ ਆ ਉਹਨੂੰ ਘਟਾਇਆ ਜਾ ਸਕੇ, ਬਿਜ਼ਨਸ ਦੇ ਵਿੱਚ ਕੀ ਕੀ ਫਾਇਦੇ ਲੈ ਕੇ ਆਉਂਦੇ ਜਾਣ, ਪਰ ਯੂਨਿਟ ਪ੍ਰੋਡਕਟ ਆ ਜਿਹੜਾ ਉਹਦੀ ਕਾਸਟ ਕਿਵੇਂ ਘਟਾਈ ਜਾ ਸਕੇ। ਤਾਂ ਇਹ ਕਹਿ ਸਕਦੇ ਹਾਂ ਕਿ ਅਕਾਊਂਟਿੰਗ ਜਿਹੜੇ ਸਟੈਂਡਰਡਸ ਨੇ ਜਾਂ ਅਕਾਊਂਟਿੰਗ ਆ ਸਾਨੂੰ ਬਿਲਕੁਲ ਹੈਲਪ ਨਹੀਂ ਪ੍ਰੋਵਾਈਡ ਕਰਦੀ ਤਾਂ ਕਿ ਅਸੀਂ ਐਕਚੁਅਲ ਕਾਸਟ ਆ ਜਿਹੜੀ ਉਹਨੂੰ ਚੈੱਕ ਕਰ ਸਕੀਏ, ਠੀਕ ਹੈ, ਉਹਨੂੰ ਕੰਪੇਅਰ ਕਰ ਸਕੀਏ। ਸੋ ਇਹ ਕਹਿ ਸਕਦੇ ਹਾਂ ਕਿ ਫਾਈਨੈਂਸ਼ੀਅਲ ਸਟੇਟਮੈਂਟ ਆ ਜਿਹੜੀ ਉਹ ਕਿਤੇ ਨਾ ਕਿਤੇ ਨੁਕਸਾਨ ਪ੍ਰੋਵਾਈਡ ਕਰਦੀ ਆ। ਕਿਉਂਕਿ ਅਸੀਂ ਉਹਦੇ ਵਿੱਚ ਡਿਟੇਲ ਇਨਫੋਰਮੇਸ਼ਨ ਹੈ ਜਿਹੜੀ ਉਹ ਪਾਸਟ ਰਿਕਾਰਡਸ ਦੀ ਚੈੱਕ ਕਰ ਰਹੇ ਹਾਂ, ਨਾ ਕਿ ਪ੍ਰੈਜ਼ੈਂਟ ਦੀ। ਪਾਸਟ ਰਿਕਾਰਡਸ ਦੀ ਚੈੱਕ ਹੋਣ ਕਰਕੇ ਇਹਦੇ ਵਿੱਚ ਜਿਹੜੇ ਇਫੈਕਟਸ ਆ ਉਹ ਦੇਖਣ ਨੂੰ ਮਿਲਦੇ ਆ, ਜਿਹਦੇ ਕਰਕੇ ਨਾ ਤਾਂ ਕਾਸਟ ਕੰਟਰੋਲ ਹੋ ਪਾ ਰਹੀ ਹੈ, ਨਾ ਹੀ ਪ੍ਰੋਫਿਟੇਬਿਲਿਟੀ ਦੇ ਸਿਰਫ ਓਵਰਆਲ ਪ੍ਰੋਫਿਟੇਬਿਲਿਟੀ ਦੇ ਕਰਕੇ ਡਿਸੀਜ਼ਨ ਜਿਹੜੇ ਲੈਣੇ ਔਖੇ ਹੋ ਜਾਂਦੇ ਆ, ਡੀਲ ਕਰਨਾ ਔਖਾ ਹੋ ਜਾਂਦਾ, ਠੀਕ ਹੈ। ਬਿਜ਼ਨਸ ਪੋਲਿਸੀਜ਼ ਵੀ ਇਫੈਕਟ ਹੋ ਜਾਂਦੀਆਂ। ਫਿਰ ਪ੍ਰੈਜ਼ੈਂਟ ਵੈਲਿਊ ਜਿਹੜੀ ਉਹ ਬਿਜ਼ਨਸ ਦੀ, ਠੀਕ ਹੈ, ਉਹ ਨਹੀਂ ਦੱਸੀ ਜਾਂਦੀ, ਸਿਰਫ ਪਾਸਟ ਵੈਲਿਊ ਦੇ ਹੀ ਰਿਜ਼ਲਟ ਡਿਸਕਸ ਕੀਤੇ ਜਾਂਦੇ ਆ, ਪ੍ਰੈਜ਼ੈਂਟ ਵੈਲਿਊ ਦਾ ਕੋਈ ਅੰਦਾਜ਼ਾ ਨਹੀਂ ਹੈ। ਫਿਰ ਇਹਦੇ ਵਿੱਚ ਇਹ ਕਿਹਾ ਕਿ ਪਰਸਨਲ ਜਜਮੈਂਟ ਆ ਜਿਹੜੀ ਕਿਸੇ ਪਰਸਨ ਦੀ ਉਹ ਵੀ ਕਿਤੇ ਨਾ ਕਿਤੇ ਅਫੈਕਟ ਕਰ ਸਕਦੀ ਹੈ। ਪਰਸਨਲ ਜਜਮੈਂਟ ਕਿਵੇਂ ਅਫੈਕਟ ਕਰ ਸਕਦੀ ਹੈ?
ਕਿ ਪਰਸਨ ਆਪਣੀ ਖੁਦ ਹੀ ਜਜਮੈਂਟ ਪਾਸ ਕਰੇਗਾ, ਠੀਕ ਹੈ, ਔਰ ਉਹ ਬਾਇਸ ਵੀ ਹੋ ਸਕਦੀ ਆ। ਫਿਰ ਅੱਗੇ ਸੀਗਾ ਕਿ ਜਿਹੜੀ ਇਨਫੋਰਮੇਸ਼ਨ ਹੈ ਸਾਡੇ ਕੋਲ ਉਹ ਹਿਸਟੋਰੀਕਲ ਨੇਚਰ ਦੀ ਹੈ। ਪਲੈਨਿੰਗ, ਡਿਸੀਜ਼ਨ ਜਾਂ ਪ੍ਰੋਫਿਟ ਸਭ ਹਿਸਟੋਰੀਕਲ ਨੇਚਰ ਦੇ ਆ। ਪ੍ਰੈਜੈਂਟ ਵੈਲਿਊ ਕਿਤੇ ਵੀ ਅਵੇਲੇਬਲ ਨਹੀਂ ਹੈ, ਤਾਂ ਇਹ ਵੀ ਇਫੈਕਟ ਕਰਦੀ ਹੈ, ਜਿਹਦੇ ਕਰਕੇ ਪ੍ਰੋਫਿਟ ਐਂਡ ਲੋਸ ਆ ਜਿਹੜੇ ਉਹ ਪਾਸਟ ਹੋਣਗੇ, ਨਾ ਕਿ ਪ੍ਰੈਜੈਂਟ। ਫਸਟ ਸੀਗਾ ਇਨਕੰਪਲੀਟ ਨੌਲੇਜ ਆਫ ਕੋਸਟ। ਇਹਦੇ ਵਿੱਚ ਕੋਸਟ ਨੂੰ ਤਾਂ ਦੇਖਿਆ ਹੀ ਨਹੀਂ ਜਾਂਦਾ। ਕੋਸਟ ਕਿਵੇਂ ਨਹੀਂ ਦੇਖੀ ਜਾਂਦੀ? ਓਵਰਆਲ ਪ੍ਰੋਫਿਟ ਐਂਡ ਲੋਸ ਦੇਖਿਆ ਜਾਂਦਾ। ਕੋਸਟ ਜਿਹੜੀ ਪ੍ਰੋਡਕਟ ਵਾਈਜ਼ ਆ, ਮਟੀਰੀਅਲ ਵਾਈਜ਼ ਆ, ਪਰ ਯੂਨਿਟ ਵਾਈਜ਼ ਆ, ਜਾਂ ਅਲੱਗ-ਅਲੱਗ ਕੰਮਾਂ ਦੀ ਜੋਬ ਆ ਜਿਹੜੀ ਉਹ ਦੇਖੀ ਨਹੀਂ ਜਾਂਦੀ। ਸੋ ਇੱਕ ਤਰ੍ਹਾਂ ਦੀ ਡਰੋਬੈਕ ਹੈ, ਇਹਦੀ ਲਿਮੀਟੇਸ਼ਨ ਆ। ਆਈ ਹੋਪ ਕਿ ਤੁਸੀਂ ਟੋਪਿਕ ਨੂੰ ਸਮਝਿਆ ਹੋਏਗਾ, ਅੰਡਰਸਟੈਂਡ ਕੀਤਾ ਹੋਏਗਾ। ਅਗਰ ਕਿਸੇ ਨੂੰ ਵੀ ਕੋਈ ਡਾਊਟ ਹੈ ਤਾਂ ਤੁਸੀਂ ਕਲੀਅਰ ਕਰ ਸਕਦੇ ਹੋ। ਥੈਂਕ ਯੂ। ਹੈਵ ਅ ਨਾਈਸ ਡੇ।